ਸਤਿ ਸ਼੍ਰੀ ਅਕਾਲ ਲੋਕ ਰਣ ਤੇ ਸਵਾਗਤ। ਮੈਂ ਗੁਰਜਿੰਦਰ ਸਿੰਘ ਪੰਗੂ ਤੇ ਮੇਰੇ ਨਾਲ ਪ੍ਰੋਫੈਸਰ ਰਣ ਸਿੰਘ ਧਾਲੀਵਾਲ ਸਾਹਿਬ, ਸਵਾਗਤ ਹੈ ਜੀ ਤੁਹਾਡਾ। ਮਿਹਰਬਾਨੀ ਜੀ। ਤੁਹਾਡੇ ਰਾਹੀਂ ਜੁੜੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਸ਼ੁਕਰੀਆ ਸਰੋਤਿਆਂ ਦੇ ਰੂਬਰੂ ਕਰਵਾਇਆ ਜੀ। ਦੋਸਤੋ, ਧਾਲੀਵਾਲ ਸਾਹਿਬ ਨਾਲ ਅਸੀਂ ਗੱਲਬਾਤ ਕਰਾਂਗੇ ਸਿੱਖ ਉਸ ਤਬਕੇ ਬਾਰੇ, ਲਗਾਤਾਰ ਜਿਹੜਾ ਤਬਕਾ ਐਕਟਿਵ ਹੈ, ਅੰਮ੍ਰਿਤਪਾਲ ਜਿਸ ਦੀ ਅਗਵਾਈ ਕਰ ਰਿਹਾ। ਖਾਸ ਕਰਕੇ ਅੰਮ੍ਰਿਤਪਾਲ ਦੀਆਂ ਗਤੀਵਿਧੀਆਂ ਤੋਂ ਬਾਅਦ ਸਿਆਸੀ ਟਕਰਾਅ ਤਾਂ ਪੰਜਾਬ ਦੇ ਵਿੱਚ ਤਕਰੀਬਨ ਸ਼ੁਰੂ ਹੋ ਚੁੱਕਿਆ ਸੀ, ਪਰ ਸਿਆਸੀ ਟਕਰਾਅ ਦੇ ਨਾਲ ਨਾਲ ਧਾਰਮਿਕ ਟਕਰਾਅ ਵੀ ਉੱਭਰ ਕੇ ਸਾਹਮਣੇ ਆ ਰਿਹਾ। ਜਿਵੇਂ ਈਸਾਈਆਂ ਵੱਲੋਂ ਬੀਤੇ ਕੱਲ੍ਹ ਇੱਕ ਪ੍ਰਦਰਸ਼ਨ ਕੀਤਾ ਗਿਆ ਸੀ, ਉਹਦੇ 'ਤੇ ਅੰਮ੍ਰਿਤਪਾਲ ਬੋਲਦਾ, ਉਹ ਕਹਿੰਦਾ ਕਿ ਮੇਰੇ 'ਤੇ ਫਿਰ ਪਰਚਾ ਦੇ ਦਿਓ। ਉਸ ਤੋਂ ਇਲਾਵਾ ਇਸ ਤੋਂ ਆਪਾਂ ਅਗਲੇਰੀ ਗੱਲ ਕਰਾਂਗੇ, ਜੇ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਆਹ ਕੁਛ ਸੰਭਵ ਹੋਵੇ, ਉਹ ਹੈਗਾ ਕਿ ਅਕਾਲ ਤਖ਼ਤ ਸਾਹਿਬ 'ਤੇ ਜਿਵੇਂ ਅੰਮ੍ਰਿਤ ਸੰਚਾਰ ਦਾ ਦਿਨ ਰੱਖਿਆ ਗਿਆ, ਹੋ ਸਕਦਾ ਕਿ ਅੰਮ੍ਰਿਤਪਾਲ ਹੋਣੀ ਆਪਣੀ ਜਿਹੜੀ ਲੀਡ ਹੈਗੀ ਹੈ ਧਾਰਮਿਕ ਤੌਰ 'ਤੇ, ਜਿਵੇਂ ਉਹ ਵਿਚਰ ਰਹੇ ਨੇ ਆਪਣੇ ਆਪ ਨੂੰ, ਸਿਆਸੀ ਤੌਰ 'ਤੇ ਵੀ ਆਪਾਂ ਦੇਖ ਸਕਦੇ ਹਾਂ ਉਹ ਸਭ ਕਾਸੇ ਵਰਤਾਰੇ ਨੂੰ। ਕੀ ਹੁਣ ਅਗਲੇਰੀ ਜਿਹੜੀ ਕਾਰਵਾਈ ਹੈਗੀ ਹੈ ਅੰਮ੍ਰਿਤਪਾਲ ਹੋਰਾਂ ਦੀ, ਕੀ ਅਕਾਲ ਤਖ਼ਤ ਸਾਹਿਬ ਤੋਂ ਅੰਮ੍ਰਿਤਪਾਲ ਹੋਰੀ ਲੀਡ ਕਰਨਗੇ? ਹੁਣ ਜੇਕਰ ਅਕਾਲ ਤਖ਼ਤ ਸਾਹਿਬ ਤੋਂ ਉਹ ਆਪਣੀ ਗਤੀਵਿਧੀਆਂ ਜਾਰੀ ਰੱਖਣਗੇ, ਜਾਂ ਕਹਿ ਸਕਦੇ ਹਾਂ ਆਪਾਂ ਉੱਥੋਂ ਆਪਣੀ ਗਤੀਵਿਧੀਆਂ ਜਾਰੀ ਕਰਨਗੇ, ਤਾਂ ਫਿਰ ਇਹਦੇ 'ਚ ਆਮ ਆਦਮੀ ਪਾਰਟੀ ਜਾਂ ਪੰਜਾਬ ਪੋਲੀਟਿਕਸ, ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਕੀ ਇਹਦੇ 'ਚ ਸਥਿਤੀ ਰਹੂਗੀ? ਕਿਉਂਕਿ ਸ਼੍ਰੋਮਣੀ ਅਕਾਲੀ ਦਲ ਵੀ ਦੇਖੋ, ਆਪਾਂ ਜਾਣਦੇ ਹਾਂ ਕਿ ਪੰਥਕ ਪਾਰਟੀ ਦਾ ਤਗਮਾ ਸ਼੍ਰੋਮਣੀ ਅਕਾਲੀ ਦਲ ਕੋਲੇ ਹੈਗਾ, ਪੰਥ ਦੀ ਉਹ ਸਿਆਸਤ ਕਰਦੇ ਨੇ। ਦੂਜੇ ਪਾਸੇ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਸੂਬੇ ਦੇ ਵਿੱਚ। ਦੋਨੋਂ ਕਿਹੜੀ ਪਾਰਟੀ ਨੂੰ ਫਾਇਦਾ ਜਾਊਗਾ, ਕਿਹੜੀ ਨੂੰ ਨੁਕਸਾਨ ਜਾਊਗਾ ਜੇਕਰ ਅੰਮ੍ਰਿਤਪਾਲ ਹੋਰੀ ਸ਼ਿਫਟ ਹੁੰਦੇ ਨੇ ਅਕਾਲ ਤਖ਼ਤ ਸਾਹਿਬ 'ਤੇ? ਇਸੇ ਮਸਲੇ 'ਤੇ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਧਾਲੀਵਾਲ ਸਾਹਿਬ ਨੇ। ਧਾਲੀਵਾਲ ਸਾਹਿਬ, ਦੇਖੋ ਹੋ ਸਕਦਾ ਨਾ ਹੋਵੇ, ਹੋ ਸਕਦਾ ਇੱਦਾਂ ਹੋ ਜਾਵੇ ਵੀ ਤੁਸੀਂ ਤਾਂ ਦੌਰ ਉਹ ਦੇਖਿਆ ਹੋਇਆ ਸਾਰਾ ਸਾਡੀ ਜਿਹੜੀ ਤਸਵੀਰ ਹੈ ਇਸ ਤਰ੍ਹਾਂ ਕਿਤਾਬਾਂ 'ਚ ਪੜ੍ਹੀ ਹੈ, ਤੁਹਾਡੀ ਤਾਂ ਅੱਖਾਂ ਸਾਹਮਣੇ ਹੈ, ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਉਸ ਸਭ ਗੱਲ ਨੂੰ। ਅਤੇ ਜੇਕਰ ਹੁਣ ਉਹੋ ਜਿਹੇ ਹਾਲਾਤ ਬਣਦੇ ਨੇ, ਚਲੋ ਮੰਨ ਲਓ ਕਿ ਆਪਾਂ ਅੰਮ੍ਰਿਤਪਾਲ ਨੂੰ ਭਿੰਡਰਾਂ ਵਾਲੇ ਸੰਤਾਂ ਨਾਲ ਤਾਂ ਨਹੀਂ ਜੋੜ ਰਹੇ, ਪਰ ਜੇਕਰ ਅੰਮ੍ਰਿਤਪਾਲ ਹੋਰਾਂ ਨੂੰ ਇੱਕ ਖੁੱਲ੍ਹ ਦਿੱਤੀ ਜਾਂਦੀ ਹੈ, ਜਾਂ ਕਹਿ ਲਓ ਕਿ ਅਕਾਲ ਤਖ਼ਤ ਸਾਹਿਬ 'ਤੇ ਸ਼ਰਮ ਦਿੱਤੀ ਜਾਂਦੀ ਹੈ, ਉੱਥੋਂ ਆਪਣੀ ਗਤੀਵਿਧੀਆਂ ਜਾਰੀ ਰੱਖਣਗੇ ਉਹ, ਤਾਂ ਕਿਵੇਂ ਦੀ ਸਥਿਤੀ ਰਹੂਗੀ ਉਹ? ਹਾਂ, ਇਹਦੇ ਵਿੱਚ ਇੱਕ ਗੱਲ ਬੜੀ ਸਪਸ਼ਟ ਤੌਰ 'ਤੇ ਆਪਾਂ ਨੂੰ ਵਿਚਾਰ ਲੈਣੀ ਚਾਹੀਦੀ ਹੈ, ਕਿਉਂਕਿ ਅਸਲ ਵਿੱਚ ਆਪਾਂ ਸਾਰੇ ਹਾਲਾਤਾਂ ਨੂੰ ਧਿਆਨ 'ਚ ਰੱਖਦੇ ਹੋਏ ਇਹ ਜਿਹੜੀਆਂ ਸਿਆਸੀ ਗਤੀਵਿਧੀਆਂ ਚੱਲ ਰਹੀਆਂ ਨੇ ਅਤੇ ਇਸ ਦੇ ਰਾਜਨੀਤਿਕ ਪਰਪੇਖ ਦੇ ਵਿੱਚ ਕੀ ਅਸਰ ਹੋਣਗੇ, ਉਹਨਾਂ ਚੀਜ਼ਾਂ ਨੂੰ ਐਨਾਲਾਈਜ਼ ਕਰਨ ਲਈ ਆਪਾਂ ਯਤਨ ਕਰ ਰਹੇ ਹਾਂ, ਕਰਨੇ ਵੀ ਚਾਹੀਦੇ ਨੇ। ਉਹਨਾਂ ਯਤਨ ਕਰਨ ਦੀ ਲੋੜ ਦੇ ਵਿੱਚ ਜਾਂ ਡਾਇਰੈਕਸ਼ਨ ਦੇ ਵਿੱਚ ਜਦੋਂ ਆਪਾਂ ਦੇਖਦੇ ਹਾਂ, ਇੱਕ ਗੱਲ ਮੈਨੂੰ ਸਾਫ਼ ਨਜ਼ਰ ਆ ਰਹੀ ਹੈ ਕਿ ਜਿਹੜੀ ਹੁਣ ਕੇਂਦਰੀ ਰਾਜਨੀਤੀ ਹੈ, ਚਾਹੇ ਉਹ ਬੀਜੇਪੀ ਦੀ ਹੋਵੇ ਜਾਂ ਕਾਂਗਰਸ ਦੀ ਹੋਵੇ ਜਾਂ ਕਿਸੇ ਹੋਰ ਪਾਰਟੀਆਂ ਦੀ ਹੋਵੇ, ਜਿੱਥੇ ਹਿੰਦੁਸਤਾਨ ਦੇ ਵਿੱਚ ਜਾਤੀ ਦੀ ਪੋਲੀਟਿਕਸ ਆਪਣਾ ਪ੍ਰਭਾਵ ਛੱਡਦੀ ਹੈ, ਸਾਰੇ ਸੂਬਿਆਂ ਦੇ ਵਿੱਚ ਉਹ ਅਸਰਦਾਰ ਹੈ, ਅਤੇ ਉਸ ਦੀ ਵਿਉਂਤਬੰਦੀ ਦੇ ਵਿੱਚ, ਯਤਨਾਂ ਦੇ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਆਪਣੇ ਜਿਹੜੇ ਸੰਘਰਸ਼ ਨੇ, ਆਪਣੇ ਸੰਘਰਸ਼ ਦੀ ਰੂਪਰੇਖਾ, ਜਾਂ ਇਹ ਕਹਿ ਲਓ ਕਿ ਆਪਣੀ ਸੱਤਾ ਹਥਿਆਉਣ ਦੀ ਰੂਪਰੇਖਾ ਤਿਆਰ ਕਰਦੇ ਨੇ। ਇਸੇ ਤਰ੍ਹਾਂ ਸਾਡੇ ਮੁਲਕ ਦੇ ਵਿੱਚ ਜਿਹੜੀ ਧਰਮ ਦੀ ਰਾਜਨੀਤੀ ਹੈ ਉਹ ਵੀ ਬਹੁਤ ਪ੍ਰਭਾਵੀ ਹੈ, ਅਤੇ ਉਹ ਧਰਮ ਦੀ ਰਾਜਨੀਤੀ ਨੂੰ ਇਸ ਤਰ੍ਹਾਂ ਹੋਰ ਪ੍ਰਭਾਵੀ ਬਣਾਉਣ ਵਿੱਚ ਇੱਕ ਵਿਸ਼ੇਸ਼ ਵਿਉਂਤਬੰਦੀ ਸਾਰੀਆਂ ਰਾਜਨੀਤਿਕ ਪਾਰਟੀਆਂ ਵੱਲੋਂ ਕੀਤੀ ਜਾਂਦੀ ਹੈ। ਅਤੇ ਜਦੋਂ ਵੀ ਇੱਦਾਂ ਦੇ ਕੋਈ ਕਾਰਿਆਕ੍ਰਮ ਆਉਂਦੇ ਨੇ ਤਾਂ ਕੋਈ ਵੀ ਪੱਤਰਕਾਰ, ਕੋਈ ਵੀ ਵਿਸ਼ਲੇਸ਼ਕ ਉਹ ਇਸ ਨੂੰ ਇਸ ਐਂਗਲ ਤੋਂ ਵਿਚਾਰ ਕਰਦਾ ਹੈ ਕਿ ਇਹਦੇ ਰਾਜਨੀਤਿਕ ਪ੍ਰਭਾਵ ਕੀ ਹੋਣਗੇ, ਜਾਂ ਆਪਾਂ ਦੂਜੇ ਤਰ੍ਹਾਂ ਇਹ ਕਹਿ ਲਈਏ ਕਿ ਸਿੱਧੇ ਇੱਕਦਮ ਆਪਾਂ ਜਿਹੜੀਆਂ ਪਾਰਟੀਆਂ ਜਾਂ ਤਾਂ ਸੱਤਾ 'ਚ ਨੇ ਜਾਂ ਸੱਤਾ ਦੇ ਹਥਿਆਉਣ ਲਈ, ਸੱਤਾ 'ਚ ਆਉਣ ਲਈ ਵਿਰੋਧੀ ਧਿਰ ਦਾ ਰੋਲ ਕਰ ਰਹੀਆਂ ਨੇ, ਉਹ ਦੋਵੇਂ ਦੋਵੇਂ ਜਾਂ ਦੋਵਾਂ ਤੋਂ ਵੱਧ ਧਿਰਾਂ ਨੂੰ, ਜਿਹਨੂੰ ਇਹ ਸਾਰਾ ਕੁਝ ਸੂਟ ਕਰਦਾ, ਉਹ ਇੱਦਾਂ ਦੇ ਯਤਨ ਕਰਦੇ ਨੇ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਹੈ। ਇੱਥੋਂ ਤੱਕ ਹੈ ਕਿ ਪਿਛਲੇ ਜਦੋਂ ਪੰਜਾਬ 'ਚ ਇਲੈਕਸ਼ਨ ਹੋਈ, ਉਦੋਂ ਵੀ ਇਹ ਦੋਸ਼ ਲੱਗਿਆ ਕਿ ਬੀਜੇਪੀ ਅਤੇ ਆਮ ਆਦਮੀ ਪਾਰਟੀ ਕਿਸੇ ਨਾ ਕਿਸੇ ਲੈਵਲ 'ਤੇ
ਇੱਕ ਦੂਜੇ ਨਾਲ ਰਲ ਕੇ ਚੱਲ ਰਹੇ ਨੇ। ਹੁਣ ਉਹਦਾ ਦੂਜਾ ਪੱਖ ਪੱਤਰਕਾਰਾਂ ਵੱਲੋਂ ਇਹ ਉਭਾਰਿਆ ਜਾਂਦਾ ਹੈ ਜਾਂ ਰਾਜਨੀਤਿਕ ਲੋਕਾਂ ਵੱਲੋਂ ਇਹ ਉਭਾਰਿਆ ਜਾਂਦਾ ਹੈ ਕਿ ਉਹ ਇੱਕ ਦੂਜੇ ਦੇ ਵਿਰੋਧੀ ਨੇ। ਪਰੰਤੂ ਜਦੋਂ ਆਪਾਂ ਵਿਰੋਧੀਆਂ ਦੀ ਗੱਲ ਕਰਦੇ ਆ ਉਦੋਂ ਵੀ ਵਿਰੋਧੀ ਨੰਬਰ 1, ਵਿਰੋਧੀ ਨੰਬਰ 2, ਵਿਰੋਧੀ ਨੰਬਰ 3 ਕੋਈ ਚੀਜ਼ ਹੁੰਦੀ ਹੈ। 1 ਨੰਬਰ ਵਿਰੋਧੀ ਨੂੰ ਕਮਜ਼ੋਰ ਕਰਨ ਲਈ ਜਾਂ ਪਿੱਛੇ ਧੱਕਣ ਲਈ ਵੱਖ-ਵੱਖ ਪਾਰਟੀਆਂ ਸਮੇਂ ਤੇ ਵਿਰੋਧੀ ਨੰਬਰ 2 ਜਾਂ ਦੁਸ਼ਮਣ ਨੰਬਰ 2, 3 ਨਾਲ ਕਈ ਵਾਰੀ ਤਾਲਮੇਲ ਬਿਠਾ ਲੈਂਦੀ ਹੈ ਜਿੱਦਾਂ ਦਾ ਬੈਠੇ। ਤਾਜ਼ੇ ਘਟਨਾਕ੍ਰਮ ਦੇ ਵਿੱਚ ਤੁਸੀਂ ਦੇਖੋ ਗੁਜਰਾਤ ਦੇ ਵਿੱਚ ਬਹੁਤ ਸਾਰੇ ਪੱਤਰਕਾਰਾਂ ਦਾ ਇਹ ਵਿਸ਼ਲੇਸ਼ਣ ਆ ਰਿਹਾ ਹੈ ਕਿ ਐਨ ਬਿਲਕੁਲ ਜਦੋਂ ਚੋਣ ਗੁਜਰਾਤ ਦੀ ਸਿਖਰ ਤੇ ਆ ਜਾਂਦੀ ਹੈ, ਪੀਕ ਤੇ ਆ ਜਾਂਦੀ ਹੈ, ਅਨਾਉਂਸਮੈਂਟ ਦੇ ਨੇੜੇ ਆ ਜਾਂਦੀ ਹੈ ਕਿ ਹੁਣ ਚੋਣ ਹੋਣ ਵਾਲੀ ਹੈ, ਤਾਂ ਉਦੋਂ ਹੀ ਮਨੀਸ਼ ਸਿਸੋਦੀਆ ਨੂੰ ਕਿਉਂ ਬੁਲਾਇਆ ਜਾਂਦਾ ਹੈ? ਇਹਦਾ ਮਤਲਬ ਉਹ ਰਾਜਨੀਤਿਕ ਸੰਦਰਭ ਦੇ ਵਿੱਚ ਉਸ ਪ੍ਰਪੇਖ ਦੇ ਵਿੱਚ ਕੋਈ ਨਾ ਕੋਈ ਉਹਦਾ ਪ੍ਰਭਾਵ ਜਿਹੜਾ ਹੈ ਉਹ ਦਿਖਾਈ ਦੇ ਰਿਹਾ ਹੈ ਰਾਜਨੀਤਿਕ ਲੋਕਾਂ ਨੂੰ ਕਿ ਇਹਦਾ ਕੋਈ ਅਸਰ ਪਏਗਾ ਤਾਂ ਹੀ ਹੈ ਨਾ। ਦੂਜੇ ਪਾਸੇ ਇਹ ਦੱਸਿਆ ਜਾਂਦਾ ਹੈ ਕਿ ਜੇਕਰ ਉਸ ਤੇ ਕੋਈ ਐਲੀਗੇਸ਼ਨ ਨੇ ਆਬਕਾਰੀ ਨੀਤੀ ਦੇ ਵਿੱਚ ਕੋਈ ਸਾਨੂੰ ਸਮਝ ਆ ਰਹੀ ਹੈ ਕਿ ਉਹਦੇ ਵਿੱਚ ਕੋਈ ਘਪਲਾ ਹੋ ਰਿਹਾ ਹੈ, ਤਾਂ ਉਸ ਦੇ ਵਿੱਚ ਜਦੋਂ ਅੱਜ ਤੋਂ ਕੁਝ ਸਮਾਂ ਪਹਿਲਾਂ ਉਹਨੂੰ ਬੁਲਾਇਆ ਜਾ ਰਿਹਾ ਸੀ, ਉਹ 2 ਦਿਨ 3 ਦਿਨ ਇਕੱਠੇ ਬੁਲਾ ਕੇ ਉਹ ਸਾਰਾ ਕੁਝ ਜਿਹੜਾ ਪਾਣੀ ਦੁੱਧੋਂ ਪਾਣੀ ਛਾਣ ਕੇ ਉਹ 'ਤੇ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ? ਐਂ ਕਿਉਂ ਵੇਟ ਕੀਤੀ ਜਾਂਦੀ ਹੈ ਕਿ ਜਦੋਂ ਮੌਕਾ ਆਊਗਾ ਫਿਰ ਬੁਲਾਵਾਂਗੇ, ਜਦੋਂ ਮੌਕਾ ਆਊਗਾ ਫਿਰ ਬੁਲਾਵਾਂਗੇ? ਤੇ ਇਸ ਤੋਂ ਵੀ ਅੱਗੇ ਅੱਜ ਦੀ ਖਬਰ ਬੜੀ ਕਮਾਲ ਦੀ ਹੈ ਕਿ ਜਦੋਂ ਮਨੀਸ਼ ਸਿਸੋਦੀਆ ਨੂੰ ਬੁਲਾਇਆ ਜਾਂਦਾ ਹੈ ਤਾਂ ਸਾਡੇ ਸਾਹਮਣੇ ਕਿਸਾਨ ਅੰਦੋਲਨ ਚੱਲਿਆ। ਕਿਸਾਨ ਅੰਦੋਲਨ ਵਾਲੇ ਥਾਂ ਵਿਚਾਰੇ ਗੀੜੇ ਖਾ ਕੇ ਵੀ ਸਾਨੂੰ ਇਜਾਜ਼ਤ ਦੇ ਦਿਓ, ਸਾਨੂੰ ਉੱਥੇ ਦੇ ਦਿਓ, ਥੋੜ੍ਹੇ ਜਿਹੇ ਕਿਸਾਨਾਂ ਨੂੰ ਜਾ ਕੇ ਪਾਰਲੀਮੈਂਟ ਸਾਹਮਣੇ ਜਾਣ ਦੀ ਇਜਾਜ਼ਤ ਦੇ ਦਿਓ, ਸਾਨੂੰ ਜਿਹੜੇ ਉੱਥੇ ਦੇ ਮੈਦਾਨ ਨੇ ਉਹਨਾਂ ਮੈਦਾਨਾਂ 'ਚ ਇੱਕ ਦਿਨ ਕੋਈ ਰੈਲੀ ਕਰਨ ਦੀ ਨਹੀਂ ਦਿੱਤੀ ਜਾਂਦੀ, ਹੋਰ ਪੋਲੀਟੀਕਲ ਪਾਰਟੀਆਂ ਨੂੰ ਨਹੀਂ ਦਿੱਤੀ ਜਾਂਦੀ। ਪਰੰਤੂ ਅੱਜ ਤੁਹਾਡੇ ਸਾਹਮਣੇ ਇੱਕ ਵੱਡਾ ਜਲੂਸ ਕੱਢਣ ਦੀ ਆਮ ਆਦਮੀ ਪਾਰਟੀ ਨੂੰ ਸੰਜੇ ਸਿੰਘ ਦੀ ਅਗਵਾਈ 'ਚ ਆਗਿਆ ਵੀ ਦੇ ਦਿੱਤੀ ਜਾਂਦੀ ਹੈ ਵੀ ਤੁਸੀਂ ਜਿੱਥੇ ਮਰਜ਼ੀ ਜਲੂਸ ਵੀ ਕੱਢੋ, ਮਾੜਾ ਮੋਟਾ ਮਤਲਬ ਹੱਲਾ ਗੁੱਲਾ ਵੀ ਕਰੋ। ਇਹ ਸਾਰੇ ਤੋਂ ਫਿਰ ਇੱਕ ਲੋਕਾਂ ਦੇ ਮਨ 'ਚ ਇਹ ਸ਼ੰਕਾ ਆਉਂਦੀ ਹੈ ਵੀ ਇਹ ਗੱਲ ਤੋਂ ਤਾਂ ਬਿਲਕੁਲ ਹੀ ਲੱਗਦਾ ਵੀ ਯਾਰ ਮਤਲਬ ਇਹਨਾਂ ਨੂੰ ਇੱਦਾਂ ਵੀ ਅਲਾਓ ਕਰਤਾ ਫਟਾਫਟ। ਹੋਰ ਕਿਸੇ ਪਾਰਟੀਆਂ ਨੂੰ ਸੋਚ ਕੇ ਕੀਤਾ ਜਾਂਦਾ ਕਿ ਇਹਨੂੰ ਆਪਾਂ ਅਲਾਓ ਕਰਨਾ ਰਾਜਨੀਤਿਕ ਦਿਖਾਵਾ ਕਰਨ ਲਈ ਜਾਂ ਨਹੀਂ ਕਰਨ ਦੇਣਾ। ਸੋ ਜਦੋਂ ਆਪਾਂ ਇਹ ਗੱਲਾਂ ਦੇਖਦੇ ਹਾਂ ਉਦੋਂ ਇਹ ਲੱਗਦਾ ਹੈ ਕਿ ਜਿਹੜੀ ਕੇਂਦਰ ਦੀ ਰਾਜਨੀਤੀ ਹੈ, ਕੇਂਦਰ ਦੀ ਰਾਜਨੀਤੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਉਸ ਲਾਈਟ 'ਚ ਜਦੋਂ ਦੇਖਦੇ ਹਾਂ ਤਾਂ ਭਾਰਤੀ ਜਨਤਾ ਪਾਰਟੀ ਦੇ ਕਿਤੇ ਪੈਰ ਨਹੀਂ ਲੱਗ ਰਹੇ। ਦਿਖਾਵੇ ਲਈ ਤਾਂ ਉਹਨਾਂ ਨੇ ਕਰ ਲਿਆ ਕਿ ਅਸੀਂ ਅਕਾਲੀ ਦਲ ਤੋਂ ਵੱਖ ਹਾਂ, ਪਰ ਸਭ ਤੋਂ ਜ਼ਿਆਦਾ ਦੁਖੀ ਪੰਜਾਬ 'ਚ ਉਹ ਜਾਂ ਜਿਹੜਾ ਉਹਨਾਂ ਦਾ ਨੰਬਰ 1 ਦੁਸ਼ਮਣ ਅੱਜ ਵੀ ਹੈ ਉਹ ਕਾਂਗਰਸ ਹੈ, ਕਿਉਂਕਿ ਉਹ ਕੇਂਦਰ ਦੇ ਵਿੱਚ ਕਾਂਗਰਸ ਉਹਨਾਂ ਦਾ ਦੁਸ਼ਮਣ ਨੰਬਰ 1 ਹੈ। ਇਸ ਕਰਕੇ ਇਹ ਕਿਆਸ ਲਾਈਆਂ ਜਾ ਰਹੀਆਂ ਨੇ। ਲੋਕ ਇਸ ਨੂੰ ਇਸ ਤਰ੍ਹਾਂ ਜਿਹੜਾ ਅੰਦਾਜ਼ੇ ਲਗਾ ਰਹੇ ਨੇ ਕਿ ਕਿਤੇ ਕਾਂਗਰਸ ਨੂੰ ਵੱਧ ਤੋਂ ਵੱਧ ਨੁਕਸਾਨ ਪਹੁੰਚਾਉਣ ਲਈ ਦੁਸ਼ਮਣ ਨੰਬਰ 2 ਜਾਂ 3 ਨੂੰ ਫਾਇਦਾ ਦੇਣ ਲਈ ਇਹ ਚਾਲਾਂ ਤੇ ਨਹੀਂ ਚੱਲੀਆਂ ਜਾ ਰਹੀਆਂ। ਅਸੀਂ ਉਹ ਪੁਰਾਣੀ ਕੰਟਰੋਵਰਸੀ 'ਚ ਨਹੀਂ ਪੈਂਦੇ। ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਕੀ ਕੀਤਾ ਕੀ ਨਹੀਂ ਕੀਤਾ ਉਹ ਇੱਕ ਵੱਖਰਾ ਵਿਸ਼ਾ ਹੈ, ਪਰੰਤੂ ਉਦੋਂ ਵੀ ਇਹ ਦੋਸ਼ ਲੱਗਦੇ ਰਹੇ ਕਿ ਸਮੇਂ ਦੀ ਜਿਹੜੀ ਸੱਤਾਧਾਰੀ ਧਿਰ ਸੀ ਕੇਂਦਰ ਦੀ ਕਾਂਗਰਸ, ਉਹਨੇ ਕਿਸੇ ਹੱਦ ਤੱਕ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਉਸ ਇੱਕ ਧੜੇ ਨੂੰ ਪ੍ਰੋਤਸਾਹਿਤ ਕੀਤਾ, ਉਭਾਰਿਆ, ਤੇ ਜਦੋਂ ਉਹਨੂੰ ਲੋੜ ਪਈ ਉਹਨੂੰ ਉਭਾਰ ਕੇ ਉਹਦਾ ਫਾਇਦਾ ਲੈ ਕੇ ਉਹਨੂੰ ਸਨੱਬ ਵੀ ਕੀਤਾ, ਉੱਥੇ ਤਸ਼ੱਦਦ ਵੀ ਕੀਤਾ। ਭਾਵੇਂ ਉਹ ਠੀਕ ਹੈ ਕਿ ਕਈ ਵਾਰੀ ਜਦੋਂ ਆਪਾਂ ਚਾਲ ਚੱਲਦੇ ਹਾਂ ਉਹ ਚਾਲ ਹੱਥਾਂ 'ਚੋਂ ਨਿਕਲ ਜਾਂਦੀ ਹੈ, ਭਾਵੇਂ ਅਖੀਰ ਤੇ ਆ ਕੇ ਪੰਜਾਬ ਦੇ ਵਿੱਚ ਕਾਂਗਰਸ ਨੂੰ ਉਸ ਦਾ ਨੁਕਸਾਨ ਹੋਇਆ, ਪਰ ਹਿੰਦੁਸਤਾਨ ਲੈਵਲ ਤੇ ਉਸ ਮਸਲੇ ਨਾਲ ਨਜਿੱਠ ਕੇ ਬਲੂ ਸਟਾਰ ਆਪਰੇਸ਼ਨ ਕਰਕੇ ਕਾਂਗਰਸ ਨੇ ਵੀ ਇੱਕ ਬਹੁਤ ਵੱਡਾ ਫਾਇਦਾ ਲਿਆ ਸੀ। ਉਹਨਾਂ ਨੂੰ ਵੀ ਸਿਆਸੀ ਤੌਰ ਤੇ ਬਹੁਤ ਜ਼ਿਆਦਾ ਸੀਟਾਂ ਮਿਲ ਗਈਆਂ ਸੀ। ਬਾਅਦ ਵਿੱਚ ਹੋਰ ਉਹਦੇ ਕਈ ਕਾਰਨ ਹੋਏ ਜਿਹਦੇ ਕਰਕੇ ਕਾਂਗਰਸ ਹਾਰ ਗਈ। ਪੰਜਾਬ 'ਚ ਉਹਦਾ ਨੁਕਸਾਨ ਕਾਂਗਰਸ ਨੂੰ ਹੋਇਆ, ਇਹ ਸੱਚ ਹੈ। ਸੋ ਇਸੇ ਤਰ੍ਹਾਂ ਇਸ ਨੂੰ ਵੀ ਇਸੇ ਤਰ੍ਹਾਂ ਦੇਖਿਆ ਜਾ ਰਿਹਾ ਹੈ ਕੁਛ ਇੱਕ ਜਿਹੜੇ ਵਿਸ਼ਲੇਸ਼ਕ ਨੇ ਕਿ ਇਹਦੇ ਵਿੱਚ ਇੱਕ ਤਾਂ ਇੱਕ ਕਿਸੇ ਧਿਰ ਨੂੰ ਇਸ ਤਰ੍ਹਾਂ ਉਭਾਰ ਕੇ
ਕਿ ਉਹ ਜਿਹੜੀ ਧਿਰ ਹੈ, ਹੋ ਸਕਦਾ ਉਹ ਅੰਮ੍ਰਿਤਪਾਲ ਉੱਦਾਂ ਦੀ ਅਗਵਾਈ ਕਰੇ। ਇਹਦਾ ਸਭ ਤੋਂ ਵੱਡਾ ਕਾਰਨ ਤਾਂ ਇਹ ਹੈ ਕਿ ਅੰਮ੍ਰਿਤਪਾਲ ਓਵਰਨਾਈਟ ਕੁਛ ਹੀ ਦਿਨਾਂ ਦੇ ਵਿੱਚ ਪ੍ਰੈਸ ਦੇ ਵਿੱਚ ਇੱਕ ਵਿਸ਼ੇਸ਼ ਵਿਅਕਤੀ ਦੇ ਤੌਰ ਤੇ ਉੱਭਰ ਕੇ ਸਾਹਮਣੇ ਆ ਜਾਂਦਾ ਹੈ, ਜਦੋਂ ਕਿ ਉਸ ਤੋਂ ਪਹਿਲਾਂ ਅੰਮ੍ਰਿਤਪਾਲ ਨੂੰ ਕੋਈ ਨਹੀਂ ਜਾਣਦਾ। ਭਾਵੇਂ ਉਹਨੇ ਕੰਮ ਕੀਤੇ ਹੋਣਗੇ, ਕੋਈ ਨਹੀਂ ਜਾਣਦਾ ਤੋਂ ਭਾਵ ਮੇਰਾ ਇਹ ਹੈ ਕਿ ਇਸ ਤਰ੍ਹਾਂ ਹਰਮਨ ਪਿਆਰਾ ਇੱਕਦਮ ਨਹੀਂ ਹੋ। ਕੁਛ ਦਿਨਾਂ ਦੇ ਵਿੱਚ ਹੀ ਉਹਨੂੰ ਐਂ ਬਣਾ ਦਿੱਤਾ ਜਾਂਦਾ ਹੈ ਕਿ ਜਿਹੜੇ ਕ੍ਰਾਂਤੀਕਾਰੀ ਸਿੱਖ, ਮਾਰਕੇਬਾਜ਼ ਸਿੱਖ, ਵੱਖਵਾਦੀ ਸਿੱਖ, ਗਰਮਖਿਆਲੀਏ ਸਿੱਖ, ਉਹ ਸਾਰਿਆਂ ਦਾ ਇੱਕ ਨੇਤਾ ਇਹ ਨਵਾਂ ਸੱਜਣ ਹੈ ਜਿਹੜਾ ਥੋੜ੍ਹੇ ਜਿਹੇ ਦਿਨਾਂ 'ਚ ਉੱਭਰ ਕੇ ਸਾਹਮਣੇ ਆ ਜਾਂਦਾ ਹੈ। ਜਦੋਂ ਕਿ ਹੋਰ ਸਿਆਸੀ ਪਾਰਟੀਆਂ ਇੰਨੀਆਂ ਤੁਰੀਆਂ ਫਿਰਦੀਆਂ, ਉਹਨਾਂ ਦੀ ਗੱਲ ਪਿੱਛੇ ਧੱਕੀ ਜਾਂਦੀ ਹੈ। ਹੁਣ ਜੇ ਆਪਾਂ ਇਹਦਾ ਸਿਆਸੀ ਤੌਰ 'ਤੇ ਵਿਸ਼ਲੇਸ਼ਣ ਕਰੀਏ, ਜਿਵੇਂ ਹੁਣ ਗੱਲ ਉੱਭਰ ਰਹੀ ਹੈ ਕਿ ਉਹ ਸ਼ਾਇਦ ਆਉਣ ਵਾਲੇ ਸਮੇਂ 'ਚ ਅੰਮ੍ਰਿਤ ਸੰਚਾਰ ਦੇ ਨਾਂ 'ਤੇ ਜਿਹੜੀ ਸਿੱਖ ਸਿਆਸਤ ਹੈ ਸ਼ਾਇਦ ਉਸ ਨੂੰ ਲੀਡ ਕਰੇ, ਜਾਂ ਇਸ ਤਰ੍ਹਾਂ ਦੇ ਹਾਲਾਤ ਉੱਭਰਨ ਕਿ ਉਹ ਸਿੱਖ ਸਿਆਸਤ ਦੇ ਵਿੱਚ ਇੱਕ ਵੱਡਾ ਥੰਮ ਬਣ ਕੇ ਉੱਭਰੇ। ਪੰਜਾਬੀ ਸਿਆਸਤ ਦੇ ਵਿੱਚ ਨਹੀਂ, ਸਿੱਖ ਸਿਆਸਤ, ਮੈਂ ਸ਼ਬਦ ਇਹ ਵਰਤ ਰਿਹਾ, ਇਹ ਯਾਦ ਰੱਖਣਾ। ਇਹ ਬਿਲਕੁਲ ਸਹੀ ਹੈ ਕਿ ਜੇ ਇੱਦਾਂ ਦੀ ਪੋਲਰਾਈਜੇਸ਼ਨ ਹੋਏਗੀ, ਜੇਕਰ ਅੰਮ੍ਰਿਤਪਾਲ ਜੀ ਸਿੱਖ ਸਿਆਸਤ ਦੇ ਵਿੱਚ ਇੱਕ ਵੱਡਾ ਚਿੰਨ੍ਹ ਬਣ ਕੇ ਉੱਭਰਦੇ ਨੇ, ਤਾਂ ਇਸ ਸਿਚੁਏਸ਼ਨ 'ਚ ਜਿਹੜੀ ਦੂਸਰੀ ਕਮਿਊਨਿਟੀ ਹੈ ਉਹਨਾਂ ਕੋਲੇ ਅਲਟਰਨੇਟਿਵ ਇੱਕੋ ਹੀ ਰਹਿ ਜਾਏਗਾ ਕਿ ਉਹ ਬੀਜੇਪੀ ਵੱਲ ਟਿਲਟ ਹੋਏਗੀ, ਕਾਂਗਰਸ ਵੱਲ ਨਹੀਂ ਹੋਏਗੀ। ਇੱਕ ਦੂਸਰਾ, ਜਿਵੇਂ ਕਿਵੇਂ ਸਿਆਸੀ ਧਿਰਾਂ ਦੇ ਵਿੱਚ ਇਹ ਦੋਸ਼ ਲੱਗਦਾ ਹੈ ਕਿ ਬਲੂ ਸਟਾਰ ਆਪਰੇਸ਼ਨ ਦੇ ਵਿੱਚ ਜਿਹੜਾ ਸਾਡਾ ਇਹ ਅਕਾਲੀ ਦਲ ਬਾਦਲ ਹੈ, ਜਾਂ ਇਸ ਦੇ ਹੋਰ ਨੇਤਾ ਜੋ ਵੀ ਸਨ ਉਸ ਸਮੇਂ ਅਕਾਲੀ ਦਲ ਬਾਦਲ ਦੀ ਬਜਾਏ ਜੇ ਆਪਾਂ ਇਹਨੂੰ ਸ਼੍ਰੋਮਣੀ ਅਕਾਲੀ ਦਲ ਵੀ ਕਹਿ ਲਈਏ, ਇਹਨਾਂ ਸਾਰੇ ਨੇਤਾਵਾਂ ਦੀ ਸਹਿਮਤੀ ਨਾਲ ਬਲੂ ਸਟਾਰ ਆਪਰੇਸ਼ਨ ਹੋਇਆ। ਚਾਹੇ ਉਹ ਸਹਿਮਤੀ ਦਬਮੀ ਸੁਰ 'ਚ ਸੀ, ਉਹਦਾ ਵੀ ਕਾਰਨ ਇਹੀ ਸੀ ਕਿ ਦੋਵੇਂ ਧਿਰਾਂ ਬੀਜੇਪੀ ਤੇ ਅਕਾਲੀ ਦਲ, ਇਹਨਾਂ ਦੋਨਾਂ ਦਾ ਇੱਕੋ ਹੀ ਦੁਸ਼ਮਣ ਸੀ ਕਿ ਕਾਂਗਰਸ ਨੂੰ ਕਮਜ਼ੋਰ ਕਰਨਾ ਚਾਹੁੰਦੇ ਸੀ। ਕਾਂਗਰਸ ਨੂੰ ਕਮਜ਼ੋਰ ਕਰਕੇ ਦੋਨੇ ਧਿਰ ਉੱਭਰਨਾ ਚਾਹੁੰਦੀਆਂ ਸੀ ਤੇ ਉਹ ਉੱਭਰੀਆਂ ਵੀ। ਇਹ ਵੀ ਸੱਚ ਹੈ ਕਿ ਇੱਥੋਂ ਤੱਕ ਕਾਂਗਰਸ ਚੋਂ ਇੱਕ ਵਿਅਕਤੀ ਜਿਹੜਾ ਛੱਡ ਕੇ ਜਾਂਦਾ ਹੈ, ਉਹ ਵੱਡਾ ਮੰਤਰੀ ਬਣ ਜਾਂਦਾ ਹੈ। ਮੇਰਾ ਭਾਵ ਇੱਥੇ ਕੈਪਟਨ ਅਮਰਿੰਦਰ ਸਿੰਘ ਤੋਂ ਹੈ। ਤੇ ਉਹ ਕਿਸ ਮੁੱਦੇ ਤੇ ਛੱਡ ਕੇ ਗਿਆ? ਉਹ ਵੀ ਉਹੀ ਭਾਵੁਕਤਾ ਦੇ ਮੁੱਦੇ ਤੇ ਕਿ ਕਾਂਗਰਸ ਨੇ ਸਾਰਾ ਕੁਝ ਠੀਕ ਨਹੀਂ ਕੀਤਾ। ਪਰੰਤੂ ਦੁਬਾਰਾ ਭਾਵੇਂ ਕਾਂਗਰਸ 'ਚ ਉਹ ਆ ਗਿਆ ਤੇ ਹੁਣ ਫੇਰ ਤੁਹਾਡੇ ਸਾਹਮਣੇ ਉਹ ਜਿੱਥੇ ਚਲਾ ਗਿਆ ਉਹਦੇ ਬਾਰੇ ਵੀ ਇੱਕ ਵਿਸ਼ਲੇਸ਼ਣ ਕਰਨਾ ਬਣਦਾ ਹੈ ਕਿ ਕੀ ਅਮਰਿੰਦਰ ਸਿੰਘ ਆਪਣੀ ਜਿਹੜੀ ਸਿਆਸੀ ਪਾਰਟੀ 'ਚ ਕਾਂਗਰਸ ਨੇ ਉਹਨੂੰ CM ਬਣਾਇਆ, ਕੀ ਕੋਈ ਹੋਰ ਵੱਡੀ ਤਾਕਤ ਤੇ ਨਹੀਂ ਸੀ ਕਿ ਉਹ ਵਿਅਕਤੀਵਾਦੀ ਸਿਆਸਤ ਹੋ ਕੇ ਉਸ ਤਰ੍ਹਾਂ ਉੱਭਰਿਆ ਹੋਵੇ? ਹੋ ਸਕਦਾ ਇਹ ਹੁਣ ਵੀ ਇੱਦਾਂ ਦੀ ਸਥਿਤੀ ਬਣਦੀ ਹੋਵੇ ਕਿ ਜਿਹਦੇ ਵਿੱਚ ਕੋਈ ਵਿਅਕਤੀਵਾਦੀ ਰਾਜਨੀਤੀ ਦੇ ਉਭਾਰ ਹੋਣ, ਜਿਹਦੇ ਵਿੱਚ ਕੁਝ ਵਿਸ਼ੇਸ਼ ਵਿਅਕਤੀਆਂ ਨੂੰ ਉਸ ਦਾ ਲਾਭ ਮਿਲਣ ਜਾ ਰਿਹਾ ਹੋਵੇ। ਜਦੋਂ ਆਪਾਂ ਗੱਲ ਹੁਣ ਇਸ ਨੂੰ ਦੂਜੇ ਪਾਸੇ ਲੈ ਕੇ ਆਈਏ ਕਿ ਇੱਕ ਤਾਂ ਇਹ ਕਲੀਅਰ ਕੱਟ ਮੈਂ ਤੁਹਾਨੂੰ ਕਹਿ ਚੁੱਕਾ, ਮੇਰਾ ਵਿਊ ਇਹ ਹੈ ਕਿ ਜੇਕਰ ਇੱਦਾਂ ਦੇ ਹਾਲਾਤ ਬਣਦੇ ਨੇ, ਕਿਉਂਕਿ ਧਰਮ ਤੋਂ ਸਿਆਸਤ ਨੂੰ ਸੰਵਿਧਾਨਕ ਤੌਰ ਤੇ ਵੱਖ ਕਰ ਦਿੱਤਾ ਗਿਆ ਹੈ, ਤੇ ਉਹ ਗੱਲ ਕਿਸੇ ਹੱਦ ਤੱਕ ਆਹਿਸਤਾ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਸੰਵਿਧਾਨਕ ਤੌਰ ਤੇ ਮੰਨਣੀ ਪਈ ਕਿ ਧਾਰਮਿਕ ਤੌਰ ਤੇ ਸਿਆਸੀ ਤੌਰ ਤੇ ਦੋਨਾਂ ਨੂੰ ਹੁਣ ਰਲਗੱਡ ਨਹੀਂ ਕੀਤਾ ਜਾ ਸਕਦਾ। ਤੁਹਾਡੇ ਯਾਦ ਹੋਏਗਾ ਕਿ ਇੱਕ ਜ਼ਮਾਨਾ ਸੀ ਸ਼੍ਰੋਮਣੀ ਅਕਾਲੀ ਦਲ ਦਾ ਮੁੱਖ ਦਫ਼ਤਰ ਸੀ ਜਿਹੜਾ, ਉਹ ਦਰਬਾਰ ਸਾਹਿਬ ਪਰਿਕਰਮਾ 'ਚੋਂ ਚੱਲਦਾ ਸੀ। ਹੁਣ ਉਹ ਵੱਖ ਹੋ ਗਿਆ। ਹੁਣ ਇਹ ਹੋ ਗਿਆ ਵੀ ਕਿਸੇ ਵੀ ਗੁਰਦੁਆਰੇ 'ਚ ਕਿਸੇ ਵੀ ਰਾਜਨੀਤਿਕ ਪਾਰਟੀ ਦੀ ਕੋਈ ਰੈਲੀ ਨਹੀਂ ਹੋ ਸਕਦੀ। ਉਦੋਂ ਸਾਰੇ ਜਿਹੜੇ ਉਹਦੇ ਪ੍ਰੋਗਰਾਮ ਸੀ ਅਕਾਲੀ ਦਲ ਦੇ, ਉਹ ਵੱਖ-ਵੱਖ ਗੁਰਦੁਆਰਿਆਂ 'ਚੋਂ ਹੀ ਚੱਲਦੇ ਸੀ। ਯੂਥ ਵਿੰਗ ਜਦੋਂ ਬਣਾਇਆ 1986 ਤੋਂ ਬਾਅਦ, ਮੈਂ ਥੋੜ੍ਹਾ ਬਹੁਤਾ ਸਰਗਰਮ ਰਿਹਾ, ਸਾਰੀਆਂ ਮੀਟਿੰਗਾਂ ਗੁਰਦੁਆਰਿਆਂ ਵਿੱਚ ਹੀ ਹੁੰਦੀਆਂ ਸੀ। SGPC ਤੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ
ਕਿਤੇ ਵੀ ਸਿਆਸੀ ਗਤੀਵਿਧੀਆਂ ਦੇ ਦੌਰਾਨ ਕੋਈ ਬਖਰੇਵਾਂ ਦਿਖਾਈ ਨਹੀਂ ਸੀ ਦਿੰਦਾ। ਹੁਣ ਭਾਵੇਂ ਸੰਵਿਧਾਨਕ ਤੌਰ ਤੇ ਉਹ ਤੇ ਪਾਬੰਦੀ ਹੋਣ ਕਰਕੇ ਉਹ ਦਿਖਾਉਣ ਲਈ ਦਿਖਾਵਾ ਕੀਤਾ ਜਾਂਦਾ ਹੈ, ਲੇਕਿਨ ਸਿਆਸੀ ਤੌਰ ਤੇ ਉਹ ਗਤੀਵਿਧੀਆਂ ਹੁਣ ਵੀ ਸਾਂਝੇ ਤੌਰ ਤੇ ਹੀ ਚੱਲਦੀਆਂ ਨੇ, ਇਹਦੇ ਵਿੱਚ ਕੋਈ ਭਰਮ ਭੁਲੇਖਾ ਨਹੀਂ। ਸੋ ਸਿੱਖ ਸਿਆਸਤ ਹੈ ਜਿਹੜੀ ਉਹ ਕਿਤੇ ਕਮਜ਼ੋਰ ਹੋਈ ਹੈ। ਪਰ ਧਾਲੀਵਾਲ ਸਾਹਿਬ, ਸ਼੍ਰੋਮਣੀ ਅਕਾਲੀ ਦਲ ਵੀ ਤਾਂ ਸਿੱਖ ਸਿਆਸਤ ਦੇ ਵਿੱਚ ਵੱਡਾ ਇੱਕ ਹਿੱਸੇਦਾਰ ਹੈ, ਪੰਥਕ ਸਿਆਸਤ ਦਾ ਸ਼੍ਰੋਮਣੀ ਅਕਾਲੀ ਦਲ। ਮੈਂ ਤੁਹਾਡੇ ਸ਼ਬਦਾਂ ਮੁਤਾਬਕ ਫਿਰ ਅੰਮ੍ਰਿਤਪਾਲ ਦਾ ਉਭਾਰ ਹੁੰਦਾ ਸਿੱਖ। ਮੈਂ ਤੁਹਾਨੂੰ ਇਸੇ ਗੱਲ ਕਰਕੇ ਗੱਲ ਕਰ ਰਿਹਾ ਕਿ ਸਿੱਖ ਸਿਆਸਤ ਦੇ ਵਿੱਚ ਜਿਹੜਾ ਮੌਜੂਦਾ ਅਕਾਲੀ ਦਲ ਬਾਦਲ ਹੈ ਉਹ ਬਿਲਕੁਲ ਹਾਸ਼ੀਏ ਤੇ ਚਲਾ ਗਿਆ ਹੈ। ਇਹ ਉਹਨਾਂ ਨੂੰ ਸੂਟ ਕਰੇਗਾ ਕਿ ਸਿੱਖ ਸਿਆਸਤ ਦੇ ਨਾਂ ਤੇ ਕੋਈ ਮੁੱਦਾ ਖੜਾ ਕਰਕੇ ਜਦੋਂ ਉਹ ਮੁੱਦਾ ਐਦਾਂ ਦੀ ਸਥਿਤੀ 'ਚ ਆਊਗਾ, ਜਾਂ ਤਾਂ ਕੋਈ ਵੱਡੀ ਲੋਕ ਲਹਿਰ ਬਣੇ ਜਿਹਦਾ ਕੋਈ ਨਵਾਂ ਨੇਤਾ ਉੱਭਰੇ, ਜਿਹਦੇ ਨਾਲ ਕੇਂਦਰ ਸਰਕਾਰ ਨੈਗੋਸ਼ੀਏਟ ਕਰਕੇ ਉਹਨੂੰ ਐਸਟੈਬਲਿਸ਼ ਕਰੇ ਕਿ ਦੇਖੋ ਹੁਣ ਇਹ ਨੇਤਾ ਹੈ, ਹੁਣ ਸਾਰੀਆਂ ਮੰਗਾਂ ਦੀ ਗੱਲਬਾਤ, ਕੋਈ ਵੀ ਜਿਹੜੀ ਸਿਆਸੀ ਤੌਰ ਤੇ ਮੰਗਾਂ ਨੇ ਉਹਨਾਂ ਦੀ ਗੱਲਬਾਤ ਇਹ ਸਿਆਸੀ ਧਿਰ ਨਾਲ ਤੈਅ ਹੋਏਗੀ। ਠੀਕ ਹੈ ਕਿ ਨਹੀਂ? ਜਿਹੜਾ ਉਦੋਂ ਵੀ ਸਮਾਂ ਸੀ, ਤੁਸੀਂ ਯਾਦ ਕਰੋ ਨਾ, ਉਹ ਸਮਝੌਤਾ ਗਲਤ ਜਾਂ ਸਮਝੌਤਾ ਠੀਕ, ਇਹ ਬਾਅਦ ਦੀਆਂ ਗੱਲਾਂ ਹੋਇਆ ਕਰਦੀਆਂ ਨੇ। ਜਦੋਂ ਅੱਤਵਾਦ ਦੇ ਸਮੇਂ ਦੇ ਵਿੱਚ ਜਾਂ ਵੱਖਵਾਦ ਦੇ ਸਮੇਂ ਦੇ ਵਿੱਚ ਜਦੋਂ ਸੰਤ ਭਿੰਡਰਾਂਵਾਲੇ ਇੱਕ ਵੱਡੇ ਨੇਤਾ ਦੇ ਤੌਰ ਤੇ ਉੱਭਰੇ, ਤਾਂ ਕੁੱਲ ਮਿਲਾ ਕੇ ਜਿਹੜੀ ਕੇਂਦਰ ਦੀ ਰਾਜਨੀਤੀ ਸੀ ਜਾਂ ਸੱਤਾਧਾਰੀ ਧਿਰ ਸੀ, ਮੈਨੂੰ ਇਹ ਦੱਸੋ ਕਿ ਉਸ ਨੇ ਜਿਹੜਾ ਲੈਣ ਦੇਣ ਕੀਤਾ, ਗੱਲਬਾਤ ਕੀਤੀ, ਸਮਝੌਤਾ ਕੀਤਾ, ਉਹ ਕਿਹਦੇ ਨਾਲ ਕੀਤਾ? ਰਾਜੀਵ ਲੌਂਗੋਵਾਲ ਅਕੋਰਡ ਜਿਹੜਾ ਹੈ ਉਹ ਤਾਂ ਸ਼੍ਰੋਮਣੀ ਅਕਾਲੀ ਦਲ ਤੇ ਰਾਜੀਵ ਗਾਂਧੀ ਦੇ ਵਿਚਾਲੇ ਹੋਇਆ ਨਾ, ਕਾਂਗਰਸ ਤੇ ਅਕਾਲੀ ਦਲ ਦੇ ਵਿਚਾਲੇ ਹੋਇਆ। ਕੱਲ੍ਹ ਨੂੰ ਹੋ ਸਕਦਾ ਹੈ ਕਿ ਇਸ ਤਰ੍ਹਾਂ ਦੀ ਸਥਿਤੀ ਦੇ ਵਿੱਚ ਜੇ ਕੋਈ ਲੀਡਰ ਅਮਰਜ ਹੋ ਜੇ, ਜਾਂ ਤਾਂ ਕੇਂਦਰ ਸਰਕਾਰ ਉਹ ਲੀਡਰ ਨਾਲ ਲੈਣ ਦੇਣ ਕਰਕੇ ਉਹਨੂੰ ਲੀਡਰ ਉਭਾਰ ਦੂਗੀ, ਤਦ ਵੀ ਕੇਂਦਰ ਸਰਕਾਰ ਉਹ 'ਤੇ ਡਿਪੈਂਡ ਕਰ ਜੂਗੀ, ਉਹਦੇ ਨਾਲ ਤਾਲਮੇਲ ਬਿਠਾ ਲਊਗੀ, ਜਿਹਦੇ ਨਾਲ ਨੈਗੋਸ਼ੀਏਸ਼ਨ ਹੋਊਗੀ। ਜੇ ਉਹ ਸਿਚੁਏਸ਼ਨ ਪਹਿਲਾਂ ਵਰਗੀ ਫਲੂਇਡ ਹੋ ਗਈ ਤਾਂ ਫਿਰ ਉਹਦੇ ਵਿੱਚੋਂ ਅਕਾਲੀ ਦਲ ਉੱਭਰਿਆ ਹੋਊਗਾ। ਹੋ ਸਕਦਾ ਇਹੀ ਅਕਾਲੀ ਦਲ ਉੱਭਰਿਆ ਹੋਵੇ। ਇਹ ਜ਼ਰੂਰੀ ਨਹੀਂ ਹੈਗਾ ਕਿ ਲੀਡਰ ਉਹਦੇ ਬਾਦਲ ਹੀ ਰਹਿਣ, ਇਹ ਨਹੀਂ ਜ਼ਰੂਰੀ ਹੈਗਾ ਹਾਲ ਦੀ ਘੜੀ ਜੋ ਦਿਖਾਈ ਦੇ ਰਿਹਾ, ਪਰ ਇਹਦੇ ਵਿੱਚੋਂ ਦੋ ਤਰ੍ਹਾਂ ਦੀ ਲੀਡਰਸ਼ਿਪ ਅਮਰਜ ਹੋ ਜਾਊਗੀ। ਇੱਕ ਉਹ ਲੀਡਰ ਜਾਂ ਲੀਡਰਸ਼ਿਪ ਜਿਹਨੂੰ ਸਿਆਸੀ ਤੌਰ ਤੇ ਕੇਂਦਰ ਦੀ ਸਰਕਾਰ ਮਾਨਤਾ ਦੇ ਕੇ ਨੈਗੋਸ਼ੀਏਟ ਕਰੇ, ਤਾਂ ਇਹਦਾ ਮਤਲਬ ਅਗਲੀ ਇਲੈਕਸ਼ਨ ਫਿਰ ਉਹ ਲੀਡਰਸ਼ਿਪ ਲੜੇਗੀ। ਪਰ ਬਾਦਲ ਪਰਿਵਾਰ ਦੇ ਵੀ ਸਾਧਨਾਂ ਦੇ ਵੱਡੇ ਕੰਮ ਬਈ ਮੈਂ ਕਹਿਣਾ ਹੋ ਸਕਦਾ ਬਾਦਲ ਹੀ ਹੋਣ, ਪਰ ਮੈਂ ਤੁਹਾਨੂੰ ਕਹਿਣਾ ਕਿ ਉਹ ਸਮਾਂ ਦੱਸੇਗਾ। ਉਹ ਸਮਾਂ ਅੱਜ ਕਹਿਣਾ, ਅੱਜ ਜੇ ਆਪਾਂ ਕਹੀਏ ਸਾਧਨਾ ਤੇ ਭਾਵੇਂ ਉਹਨਾਂ ਦਾ ਜਿੰਨੀ ਮਰਜ਼ੀ ਪਕੜ ਹੈ, ਅੱਜ ਜਿਹੜਾ ਬਾਦਲ ਅਕਾਲੀ ਦਲ ਦੇ ਵਿੱਚ ਬਾਦਲ ਦੀ ਜਿਹੜੀ ਲੀਡਰਸ਼ਿਪ ਹੈ ਅੱਜ ਉਹ ਸਰਬ ਪ੍ਰਵਾਨਿਤ ਨਹੀਂ ਹੈ। ਹਾਂ, ਇਸ ਨਖਾਰ ਚੋਂ ਜਦੋਂ ਫਿਰ ਦੋ ਵਿਚਾਰ ਚੱਲਣਗੇ, ਇੱਕ ਵਿਚਾਰ ਨੂੰ ਵੱਖਵਾਦੀ ਧੜੇ ਦੇ ਤੌਰ ਤੇ ਜਾਂ ਖਾਲਿਸਤਾਨੀ ਧੜੇ ਦੇ ਤੌਰ ਤੇ ਜਾਂ ਇੱਕ ਵਿਸ਼ੇਸ਼ ਕੱਟੜਤਾਵਾਦ ਨਾਲ ਜੋੜ ਕੇ ਦੇਖਿਆ ਜਾਏਗਾ, ਤੇ ਇੱਕ ਧੜੇ ਨੂੰ ਮੰਨ ਲਓ ਮਾਡਰਨ ਜਿਹੜਾ ਆਧੁਨਿਕਵਾਦ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਉਹਨਾਂ ਦੋਨਾਂ 'ਚੋਂ ਕੌਣ ਭਾਰੂ ਹੋਏਗਾ ਇਹ ਸਮਾਂ ਦੱਸੇਗਾ। ਅੱਜ ਦਾ ਸਮਾਂ ਇਹ ਔਖਾ ਗੱਲ ਹੈ, ਪਰ ਮੈਨੂੰ ਇਹ ਲੱਗ ਰਿਹਾ ਹੈ ਕਿ ਇਹ ਸਾਰੀ ਸਿਚੁਏਸ਼ਨ ਦਾ, ਜਿਵੇਂ ਹੁਣ ਬਾਦਲ ਪਰਿਵਾਰ ਜਾਂ ਅਕਾਲੀ ਦਲ ਬਾਦਲ ਹਾਸ਼ੀਏ ਤੇ ਚਲਿਆ ਗਿਆ, ਉਹਨਾਂ ਨੂੰ ਲੱਗ ਰਿਹਾ ਕਿ ਜੇਕਰ ਇੱਦਾਂ ਦੇ ਹਾਲਾਤ ਬਣਨਗੇ ਤਾਂ ਇਸ ਨਾਲ ਸਾਨੂੰ ਇੱਕ ਹੋਰ ਮੌਕਾ ਜ਼ਰੂਰ ਮਿਲੇਗਾ। ਉਹ ਮੌਕੇ 'ਚ ਉਹ ਪਰਫਾਰਮ ਕਰ ਪਾਉਣਗੇ ਨਹੀਂ ਕਰ ਪਾਉਣਗੇ ਉਹ ਬਾਅਦ ਦੀ ਗੱਲ ਹੈ। ਮਤਲਬ ਉਹਨਾਂ ਨੂੰ ਵੀ ਇਸ ਦੇ ਵਿੱਚ ਇੱਕ ਓਪਰਚੁਨਿਟੀ ਦਿਖਾਈ ਦੇ ਰਹੀ ਹੈ। ਇਸ ਕਰਕੇ ਮੈਨੂੰ ਇਹ ਲੱਗ ਰਿਹਾ ਹੈ ਕਿ ਇਹ ਨਹੀਂ ਤਾਂ ਐਸੇ ਲੈਵਲ ਤੇ, ਜੇਕਰ ਅੱਜ ਵੀ ਕਿਸੇ ਨੂੰ ਕੋਈ ਭਰਮ ਭੁਲੇਖਾ ਨਹੀਂ ਕਿ ਜਿਹੜਾ ਸ਼੍ਰੋਮਣੀ ਕਮੇਟੀ ਤੇ ਪਕੜ ਹੈ ਉਹ ਬਾਦਲ ਪਰਿਵਾਰ ਦੀ ਹੀ ਹੈ ਅੱਜ ਵੀ, ਪਰ ਸ਼੍ਰੋਮਣੀ ਕਮੇਟੀ ਖੁੱਲ੍ਹ ਕੇ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਦੀਆਂ ਕੋਈ ਵਿਰੋਧਤਾ ਨਹੀਂ ਕਰ ਰਹੀ। ਪਰ ਧਾਲੀਵਾਲ ਸਾਹਿਬ, ਇੱਕ ਇਹ ਵੀ ਤਾਂ ਪੱਖ ਹੈਗਾ, ਜੇਕਰ ਮੰਨ ਲਓ ਕਿ ਵੀ 84 ਵਾਲੇ 84 ਵਰਗੇ ਹਾਲਾਤਾਂ ਵਰਗਾ ਕੁਝ ਵੀ ਬਣਦਾ ਤੇ ਉਹਦੇ ਵੱਡੇ ਪੱਧਰ ਤੇ ਭਾਵੇਂ ਨਹੀਂ ਬਣਦਾ, ਥੋੜੀ ਬਹੁਤੀ ਜਿਹੜੇ ਉਹ ਤੁਸੀਂ ਕਹਿ ਲਓ ਕਿ ਐਪੀਸੋਡ ਆਪਸ ਦੇ ਵਿੱਚ ਮਿਲਣਗੇ,
ਤਾਂ ਇਹਦੇ 'ਚ ਪੰਜਾਬ ਸਰਕਾਰ ਦੀ ਸਥਿਤੀ ਕੀ ਰਹੂਗੀ, ਕਿਉਂਕਿ ਉਹ ਆਪਾਂ ਜਾਣਦੇ ਹਾਂ 84 ਵਾਲਾ ਹਾਲਾਤ, ਉਹਦੇ ਸਾਹਮਣੇ ਤਾਂ ਵੱਡੇ ਸਿਆਸਤਦਾਨਾਂ ਨੇ, ਵੱਡੀਆਂ ਸਰਕਾਰਾਂ ਨੇ ਗੋਡੇ ਟੇਕਦੇ ਸੀ, ਪਰ ਜੇਕਰ ਉਸੇ ਤਰ੍ਹਾਂ ਦੀ ਕੋਈ ਮੂਵਮੈਂਟ ਉੱਠਦੀ ਹੈ ਤਾਂ ਫਿਰ ਆਮ ਆਦਮੀ ਪਾਰਟੀ ਕਿਵੇਂ ਨਜਿੱਠੂਗੀ ਇਸ ਨਾਲ? ਇਹੀ ਤਾਂ ਮੈਂ ਗੱਲ ਕਹਿ ਰਿਹਾ ਨਾ ਕਿ ਇਹਦੇ ਨਾਲ ਆਮ ਆਦਮੀ ਪਾਰਟੀ ਇਹ ਬਿਲਕੁਲ ਦਿਖਾਈ ਰਿਹਾ ਹੈ, ਆਮ ਆਦਮੀ ਪਾਰਟੀ ਹਾਸ਼ੀਏ ਤੇ ਚਲੀ ਜਾਏਗੀ। ਇਹਦਾ ਸਭ ਤੋਂ ਵੱਡਾ ਨੁਕਸਾਨ ਆਮ ਆਦਮੀ ਪਾਰਟੀ ਨੂੰ ਹੀ ਹੋਵੇਗਾ, ਇਹ ਸੱਚ ਹੈ। ਮਤਲਬ ਇਹਦਾ ਫਾਇਦਾ ਜਾਂ ਬੀਜੇਪੀ ਨੂੰ ਮਿਲੇਗਾ ਜਾਂ ਅਕਾਲੀ ਦਲ ਨੂੰ ਮਿਲੇਗਾ। ਅੱਜ ਦੇ ਹਾਲਾਤ ਇਹ ਦੱਸ ਰਹੇ ਨੇ ਕਿ ਇਹਦਾ ਫਾਇਦਾ ਕਾਂਗਰਸ ਜਾਂ ਆਮ ਆਦਮੀ ਪਾਰਟੀ ਨੂੰ ਨਹੀਂ ਮਿਲੇਗਾ। ਸੋ ਇਸ ਕਰਕੇ ਸਗੋਂ ਤੀਜੀ ਧਿਰ ਦੇ ਤੌਰ ਤੇ ਆਮ ਆਦਮੀ ਪਾਰਟੀ ਹੋ ਸਕਦੀ ਹੈ ਕਿ ਕੁਛ ਵੋਟ ਹੋਲਡ ਕਰਨ ਦੇ ਵਿੱਚੋਂ ਕਾਮਯਾਬ ਹੋ ਜਾਏ, ਕਿਉਂਕਿ ਮੈਂ ਫੇਰ ਕਹਿਣਾ ਕਿ ਇਹ ਜਿਹੜਾ ਵਰਤਾਰਾ ਹੈ, ਇਸ ਵਰਤਾਰੇ ਦਾ ਬੀਜੇਪੀ ਨੂੰ ਇਹ ਲੱਗ ਰਿਹਾ ਹੈ ਜਾਂ ਬੀਜੇਪੀ ਇਸ ਸੋਚ 'ਚ ਹੋ ਸਕਦੀ ਹੈ ਕਿ ਇਹਦਾ ਸਭ ਤੋਂ ਵੱਡਾ ਨੁਕਸਾਨ ਕਾਂਗਰਸ ਨੂੰ ਹੋਏਗਾ, ਤੇ ਦੂਜੇ ਨੰਬਰ ਤੇ ਅਕਾਲੀ ਦਲ ਤੇ ਬੀਜੇਪੀ ਕੁਛ ਨਾ ਕੁਛ ਗੇਨ ਕਰਨਗੇ। ਹਾਂ, ਉਹ ਕਿੰਨਾ ਗੇਨ ਕਰਨਗੇ, ਸਰਕਾਰ ਬਣਾਉਣ ਦੇ ਨੇੜੇ ਤੇੜੇ ਜਾਣਗੇ ਨਹੀਂ ਜਾਣਗੇ, ਇਹ ਇੱਕ ਸਮੇਂ ਤੋਂ ਪਹਿਲਾਂ ਦੀ ਗੱਲ ਹੈ, ਇਹ ਉਦੋਂ ਮੌਕਾ ਦੱਸੇਗਾ ਕਿ ਕੀ ਬਣਦਾ। ਪਰ ਇਹਦੇ 'ਚ ਜੇਕਰ ਸਿਆਸੀ ਪੱਖ ਨੂੰ ਆਪਾਂ ਇੱਕ ਸਾਈਡ ਤੇ ਰੱਖ ਦਈਏ, ਜਿਹੜਾ ਧਰਮ ਦਾ ਟਕਰਾਓ ਨਿਕਲ ਕੇ ਸਾਹਮਣੇ ਆ ਰਿਹਾ, ਹਾਲਾਂਕਿ ਸਿੱਖ ਧਰਮ ਦਾ ਸਰਬੱਤ ਦੇ ਭਲੇ ਦੀ ਫਿਲਾਸਫੀ ਹੈਗੀ ਹੈ। ਹੁਣ ਜਿਊਸ ਤੇ ਕਮੈਂਟ ਕਰਨਾ ਅੰਮ੍ਰਿਤਪਾਲ ਵੱਲੋਂ ਤੇ ਈਸਾਈ ਭਾਈਚਾਰੇ ਵੱਲੋਂ ਜਲੰਧਰ 'ਚ ਰੋਸ ਪ੍ਰਦਰਸ਼ਨ ਕਰਨਾ, ਦੂਜੇ ਪਾਸੇ ਅੰਮ੍ਰਿਤਪਾਲ ਵੱਲੋਂ ਕਹਿਣਾ ਕਿ ਮੇਰੇ ਤੇ ਪਰਚਾ ਕਰ ਦਿਓ, ਇਹ ਜੋ ਧਰਮਾਂ ਦਾ ਟਕਰਾਅ ਪੈਦਾ ਹੋ ਰਿਹਾ, ਇਹ ਇਸੇ ਗੱਲ ਕਰਕੇ ਮੈਂ ਕਹਿਣਾ, ਇਹੀ ਗੱਲ ਨੂੰ ਮੈਂ ਤੁਹਾਡੀ ਨੂੰ ਹੀ ਅੱਗੇ ਤੋਰ ਕੇ ਗੱਲ ਕਹੀ ਹੈ ਕਿ ਇਸ ਗੱਲ ਦੇ ਵਿੱਚੋਂ ਕਿਤੇ ਨਾ ਕਿਤੇ ਇਹ ਵੀ ਸਾਫ਼ ਦਿਖਾਈ ਦੇ ਰਿਹਾ ਹੈ ਜਿਵੇਂ ਵੱਖ-ਵੱਖ ਥਾਵਾਂ ਤੇ ਬੀਜੇਪੀ ਤੇ ਆਮ ਆਦਮੀ ਪਾਰਟੀ ਦੋਨੇ ਇੱਕ ਇੱਦਾਂ ਦੇ ਹਾਲਾਤ ਪੈਦਾ ਕਰ ਦਿੰਦੇ ਨੇ ਜਿਸ ਦੇ ਨਾਲ ਇਹ ਲੱਗਦਾ ਹੈ ਕਿ ਧਰਮ ਦਾ ਟਕਰਾਅ ਹੋ ਰਿਹਾ ਹੈ। ਜਿਵੇਂ ਦਿੱਲੀ ਦੇ ਵਿੱਚ ਤੁਹਾਡੇ ਸਾਹਮਣੇ ਹੋਇਆ, ਇੱਕ ਮੰਤਰੀ ਨੇ ਇਹ ਬਿਆਨ ਦੇ ਕੇ ਕਿ ਇਹਨੂੰ ਅਸੀਂ ਅਵਤਾਰ ਨਹੀਂ ਮੰਨਦੇ, ਇਹਨੂੰ ਅਸੀਂ ਰੱਬ ਨਹੀਂ ਮੰਨਦੇ, ਇਹ ਦੇਵਤੇ ਨੂੰ ਰੱਬ ਨਹੀਂ ਮੰਨਦੇ, ਉਹ ਆਰਾਮ ਨਾਲ ਇਹ ਵੀ ਕਹਿ ਸਕਦਾ ਹੈ ਕਿ ਬੁੱਧ ਧਰਮ ਦੇ ਅਨੁਯਾਈ ਹੋਣ ਦੇ ਨਾਤੇ ਅਸੀਂ ਬੁੱਧ ਧਰਮ ਦੇ ਨਿਯਮਾਂ ਤੋਂ ਬਿਨਾਂ ਕਿਸੇ ਨੂੰ ਵੀ ਪਰਮਾਤਮਾ ਨਹੀਂ ਮੰਨਦੇ, ਇੰਨੇ ਨਾਲ ਵੀ ਗੱਲ ਮੁੱਕ ਸਕਦੀ ਹੈ। ਪਰ ਕੱਲੇ ਦਾ ਨਾਂ ਲੈ ਕੇ ਕਹਿਣਾ ਇਹ ਟਕਰਾ ਦੇਣਾ ਹੈ। ਇਸੇ ਕਰਕੇ ਮੈਂ ਕਹਿਣਾ ਕਿ ਇਹਦੇ ਵਿੱਚ ਜਾਣ ਬੁੱਝ ਕੇ ਇੱਕ ਧਿਰ ਵੱਲੋਂ ਨਹੀਂ, ਦੋਵੇਂ ਧਿਰਾਂ ਵੱਲੋਂ ਟਕਰਾਅ ਖੜਾ ਕੀਤਾ ਜਾ ਰਿਹਾ ਹੈ। ਯਾਦ ਕਰੋ ਤੁਸੀਂ, ਜਦੋਂ ਸੰਤ ਭਿੰਡਰਾਂ ਵਾਲੇ ਵੀ ਬਾਰ-ਬਾਰ ਇੱਕੋ ਹੀ ਗੱਲ ਕਹਿੰਦੇ ਸੀ ਕਿ ਮੈਂ ਖਾਲਿਸਤਾਨ ਮੰਗਦਾ ਨਹੀਂ, ਪਰ ਜੇ ਮੈਨੂੰ ਦਿੱਤੀ ਜਾਂਦੀ ਹੈ ਤਾਂ ਮੈਂ ਨਾ ਨਹੀਂ ਕਰੂੰਗਾ। ਇਹਦਾ ਮਤਲਬ ਕੀ ਸੀ? ਗੱਲ ਘੁਮਾ ਫਿਰਾ ਕੇ ਜਿਵੇਂ ਬੜੀ ਚਤਰਾਈ ਦੇ ਨਾਲ ਅੱਜ ਤੁਸੀਂ ਬਿਆਨ ਦੇਖਿਆ, ਮੈਂ ਉਹ ਬੀਬੀ ਦਾ, ਆਪਣੇ ਵਿੱਤ ਮੰਤਰੀ ਜਿਹੜੀ ਹਿੰਦੁਸਤਾਨ ਦੀ ਹੈ, ਹਾਂ, ਉਹ ਕਹਿੰਦੀ ਕਿ ਜੀ ਸਾਡੀ ਸਰਕਾਰ 'ਚ ਰੁਪਈਆ ਡਿੱਗਿਆ ਨਹੀਂ, ਡਾਲਰ ਮਜ਼ਬੂਤ ਹੋਇਆ ਹੈ। ਤੇ ਇਹੀ ਗੱਲ ਜੇ ਫਿਰ ਆਪਾਂ ਦੂਜੀ ਤਰ੍ਹਾਂ ਕਰੀਏ ਕਿ ਹਿੰਦੁਸਤਾਨ 'ਚ ਕਾਂਗਰਸ ਹਾਰੀ ਨਹੀਂ, ਬੀਜੇਪੀ ਜਿੱਤੀ ਹੈ, ਤੇ ਇਹਦਾ ਅਰਥ ਕੀ ਹੈ? ਇੱਧਰ ਕਹਿ ਲਓ ਅਰਥ ਤਾਂ ਦੋਨੇ ਪਾਸੇ ਉਹਦਾ ਜਿਹੜਾ ਭਾਵਪੂਰਨ ਅਰਥ ਹੈ ਉਹ ਤਾਂ ਦੋਨੇ ਪਾਸੇ ਇੱਕੋ ਹੀ ਗੱਲ ਹੈ ਨਾ। ਇੱਕ ਗੱਲ ਹੋਰ ਵੀ ਹੈ, ਅੰਮ੍ਰਿਤਪਾਲ ਹੋਰਾਂ ਨੂੰ ਜਦੋਂ ਪੁੱਛਿਆ ਗਿਆ, ਉਹ ਕਹਿੰਦੇ ਕਿ ਮੈਂ ਕਦੇ ਕੁਛ ਪੜ੍ਹਿਆ ਨਹੀਂ ਹੈਗਾ, ਯਾਨੀ ਕਿ ਨਾ ਕੋਈ ਕਿਤਾਬ ਪੜ੍ਹੀ ਮੈਂ, ਨਾ ਕੋਈ ਧਰਮਾਂ ਬਾਰੇ ਪੜ੍ਹਿਆ। ਜ਼ਾਹਰ ਜੀ ਗੱਲ ਹੈ, ਜੇਕਰ ਪੜ੍ਹਿਆ ਨਹੀਂ ਹੈ ਤਾਂ ਸਮਝ ਵੀ ਨਹੀਂ ਫਿਰ ਉਸ ਪੱਧਰ ਦੀ ਹੋਊਗੀ ਉਹਨੂੰ ਧਰਮਾਂ ਦੀ। ਇੱਕ ਬੰਦਾ ਇਸ ਗੱਲ ਦਾ ਦਾਅਵਾ ਕਰਦਾ ਕਿ ਨਾ ਮੈਂ ਕੁਛ ਪੜ੍ਹਿਆ, ਨਾ ਮੈਂ ਧਰਮਾਂ ਬਾਰੇ ਪੜ੍ਹਿਆ, ਯਾਨੀ ਕਿ ਫਿਰ ਆਪਾਂ ਜਾਣਦੇ ਵੀ ਨਹੀਂ ਧਰਮਾਂ ਨੂੰ, ਤੇ ਉਸ ਤੋਂ ਬਾਅਦ ਫਿਰ ਕਮੈਂਟਰੀ ਕਰੀ ਜਾਣੀ ਤੇ ਲੋਕਾਂ ਦਾ ਨਾਲ ਲੱਗਦਾ, ਇਹ ਵੀ ਤਾਂ ਇੱਕ ਗੱਲ ਹੈ ਨਾ। ਨਹੀਂ, ਇਹੀ ਚੀਜ਼ ਨਾਲ ਤਾਂ ਉਭਾਰ ਮਿਲਦਾ ਹੈ। ਜਦੋਂ ਤੁਸੀਂ ਕਹੋਗੇ ਨਾ, ਇੱਕ ਬੰਦਾ ਇਹ ਕਹਿ ਰਿਹਾ ਵੀ ਮੈਂ ਪੜ੍ਹਿਆ ਤਾਂ ਧਰਮਾਂ ਬਾਰੇ ਕੁਛ ਨਹੀਂ, ਲੇਕਿਨ ਮੈਂ ਸਮਰਪਿਤ ਹਾਂ ਧਰਮ ਨੂੰ, ਮੈਂ ਕਾਰਵਾਈਆਂ ਸਾਰੀਆਂ ਧਾਰਮਿਕ ਕਰਨੀਆਂ, ਜੋ ਅਕਾਲ ਪੁਰਖ ਦਾ ਹੁਕਮ ਆਊਗਾ ਮੈਂ ਤਾਂ ਉਧਰ ਨੂੰ ਚੱਲਣਾ ਹੈ। ਮੈਂ ਉਹਦੇ ਸੰਦਰਭ ਦੇ ਵਿੱਚ ਕਰ ਰਿਹਾ ਗੱਲ, ਜਿਵੇਂ ਉਹ ਜੀਸਸ ਬਾਰੇ ਗਲਤ ਬੋਲਿਆ, ਯਾਨੀ ਕਿ ਫਿਰ ਤੁਸੀਂ ਕਿਸੇ ਸ਼ਖਸੀਅਤ ਨੂੰ, ਕਿਸੇ ਧਰਮ ਨੂੰ ਜਾਣਦੇ ਤੁਸੀਂ ਹੈਗੇ ਨਹੀਂ ਤੇ ਉਹਦੇ ਬਾਰੇ ਗਲਤ ਜ਼ਰੂਰ ਬੋਲ ਦਿਓ। ਗਲਤ ਬੋਲਣ ਦਾ ਮਤਲਬ ਇਹ ਹੈ, ਮੈਂ ਫੇਰ ਕਹਿਣਾ ਕਿ ਇੱਕ ਸਮੱਸਿਆ ਖੜੀ ਕਰਨਾ ਹੈ, ਉਹ ਸਮੱਸਿਆ ਨੂੰ ਜਾਗਦਾ ਰੱਖਣਾ ਹੈ, ਜਿਹਦੇ ਨਾਲ ਜਿਹੜੀਆਂ ਉਸ ਸਥਿਤੀ 'ਚ ਵਿਚਰਨ ਵਾਲੀਆਂ ਸਿਆਸੀ ਧਿਰਾਂ ਨੇ ਉਹਨਾਂ ਨੂੰ ਫਾਇਦਾ ਜਾਂ ਨੁਕਸਾਨ ਹੋ ਰਿਹਾ ਹੈ। ਕਿਹਦਾ ਨੁਕਸਾਨ ਹੋ ਰਿਹਾ ਹੈ, ਕਿਹਦਾ ਫਾਇਦਾ ਹੋ ਰਿਹਾ ਹੈ, ਇਹ ਵਿਚਾਰਨ ਦੀ ਗੱਲ ਹੈ। ਸੋ ਇਸ ਕਰਕੇ ਮੈਂ ਤਾਂ ਤੁਹਾਨੂੰ ਬੜੀ ਸਾਫ਼ ਉਦਾਹਰਨ ਲਈ ਹੈ ਆਮ ਆਦਮੀ ਪਾਰਟੀ ਦੇ ਮੰਤਰੀ ਦੀ। ਆਮ ਆਦਮੀ ਪਾਰਟੀ ਦੇ ਮੰਤਰੀ ਨੇ ਇਸ ਗੱਲ ਤੇ ਅਸਤੀਫਾ ਵੀ ਦੇਤਾ, ਇਹ ਵੀ ਨਹੀਂ ਕਿਹਾ ਵੀ ਮੈਂ ਕੁਛ ਗਲਤ ਕਿਹਾ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਇਹ ਨਹੀਂ ਕਿਹਾ ਵੀ ਸਾਡੇ ਮੰਤਰੀ ਨੇ ਗਲਤ ਕੀਤਾ ਹੈ, ਉਹ ਤਾਂ ਕਹਿੰਦਾ ਵੀ ਅਸਤੀਫਾ ਤਾਂ ਮੈਂ ਵੈਸੇ ਹੀ ਦੇਤਾ,
ਮੈਥੋਂ ਤਾਂ ਅਸਤੀਫਾ ਤਾਂ ਮੰਗਿਆ ਹੀ ਨਹੀਂ ਕਿਸੇ ਨੇ, ਮੈਂ ਤਾਂ ਵੈਸੇ ਹੀ ਅਸਤੀਫਾ ਦੇਤਾ। ਮਤਲਬ ਇਹ ਚੀਜ਼ ਹੁੰਦੀ ਹੈ ਨਾ, ਇਹਦਾ ਮਤਲਬ ਇਹ ਹੋਇਆ ਕਿ ਗਿਵਨ ਸਿਚੁਏਸ਼ਨ ਦੇ ਵਿੱਚ ਉਹ ਇਸ ਗੱਲ ਨੂੰ ਉਭਾਰਨਾ ਵੀ ਚਾਹੁੰਦੇ ਨੇ, ਵੋਟ ਟਿਲਟ ਕਰਨ ਲਈ, ਕਿ ਵੋਟ ਕਾਂਗਰਸ ਵੱਲ ਨਾ ਜਾਵੇ, ਅੰਬੇਦਕਰ ਦੇ ਨਾਂ 'ਤੇ ਵੋਟ ਆਮ ਆਦਮੀ ਪਾਰਟੀ ਨੂੰ ਪਵੇ, ਇਹ ਗੱਲ ਵੀ ਚਾਹੁੰਦੇ ਨੇ। ਪਰ ਦੂਜੇ ਪਾਸੇ ਇਹ ਵੀ ਡਰਦੇ ਨੇ ਵੀ ਪਿਓਰ ਹਿੰਦੂ ਵੋਟ ਹੈ, ਉਹ ਵੀ ਅਸੀਂ ਕਬਜ਼ੇ 'ਚ ਰੱਖਣੀ ਹੈ, ਇੱਦਾਂ ਸਾਰਾ ਕੁਝ ਕਹਿ ਕੇ। ਸੋ ਇਹਦੇ ਵਿੱਚ ਉਹ ਬਾਰ-ਬਾਰ ਜਿਹੜੇ ਬਿਆਨਬਾਜ਼ੀ ਹੋਊਗੀ ਉਹ ਇੱਦਾਂ ਦੀ ਹੋਊਗੀ, ਜਿਹੜੀ ਮੈਂ ਫਿਰ ਕਹਿਣਾ ਬਾਈਪੋਲਰ ਜਿਹੜੀ ਸਟ੍ਰੈਟਜੀ ਇਹ ਹੁੰਦੀ ਹੈ ਨਾ, ਕਿ ਤੁਸੀਂ ਦੂਜੀ ਕਮਿਊਨਿਟੀ ਜਿਹੜੀ ਨੂੰ ਦੂਸਰੇ ਪੋਲ 'ਤੇ ਇਕੱਠਾ ਹੋਣ ਦੀ ਤੁਸੀਂ ਸਿਚੁਏਸ਼ਨ ਕ੍ਰੀਏਟ ਕਰਦੇ ਹੋ। ਜੋ ਕੁਛ OBC ਦੇ ਕਾਰਨਾਮਿਆਂ ਨਾਲ ਹੁੰਦਾ ਹੈ, ਜੋ ਕੁਛ ਜਨਸੰਘ ਦੇ ਨੇਤਾਵਾਂ ਦੇ ਕਾਰਨ ਨਾਲ ਹੁੰਦਾ ਹੈ, ਇਸ ਤਰ੍ਹਾਂ ਹੀ ਸਿੱਖ ਧਰਮ 'ਚ ਵੀ ਉੱਦਾਂ ਦੇ ਨੇਤਾ ਪੈਦਾ ਕੀਤੇ ਜਾ ਸਕਦੇ ਨੇ ਕਿ ਉਹ ਇੱਕ ਥ੍ਰੈਟ ਕ੍ਰੀਏਟ ਕਰਨ ਦੂਜੀ ਕਮਿਊਨਿਟੀ ਲਈ, ਜਿਹੜੇ ਨੌਨ ਸਿੱਖ ਨੇ। ਪਰ ਧਾਲੀਵਾਲ ਸਾਹਿਬ ਇਹਦੇ 'ਚ ਫਿਰ ਇਹ ਵੀ ਹੈਗਾ ਨਾ ਕਿ ਮਤਲਬ ਫਿਰ ਉਹ ਈਸਾਈ ਹੀ ਕਿਉਂ? ਇੱਕ ਪਾਸੇ ਤਾਂ ਸਿੱਖ ਆਹ ਗੱਲ ਕਰਦੇ ਨੇ ਕਿ ਅਸੀਂ ਘੱਟ ਗਿਣਤੀਆਂ ਭਾਰਤ ਦੇ ਵਿੱਚ, ਤੇ ਘੱਟ ਗਿਣਤੀਆਂ ਨਾਲ ਧੱਕਾ ਹੁੰਦਾ ਪੰਜਾਬ ਦੇ ਵਿੱਚ, ਈਸਾਈ ਭਾਈਚਾਰਾ ਘੱਟ ਗਿਣਤੀ ਦੇ ਵਿੱਚ, ਫਿਰ ਤੁਸੀਂ ਉਹਨਾਂ ਨਾਲ ਧੱਕਾ ਕਰੋਗੇ? ਉਹ ਦੇਖੋ, ਸਿਧਾਂਤਕ ਤੌਰ 'ਤੇ ਕਹਿਣਾ ਵੱਖਰੀ ਗੱਲ ਹੈ। ਮੈਂ ਤਾਂ ਫਿਰ ਕਹਿਣਾ ਨਾ, ਦੁਨੀਆ ਦੇ ਵਿੱਚ ਇਕੱਲਾ ਸਿੱਖ ਧਰਮ ਇੱਕ ਇਸ ਤਰ੍ਹਾਂ ਦਾ ਹੈ ਜਿਹੜਾ ਇਹ ਕਹਿੰਦਾ ਹੈ ਕਿ ਸਾਰੇ ਧਰਮਾਂ ਨਾਲ ਇਕੱਠੇ ਰਿਹਾ ਜਾ ਸਕਦਾ ਹੈ। ਬਾਕੀ ਤਾਂ ਸਾਰੇ ਧਰਮ ਆਪਦੇ ਆਪ ਨੂੰ ਕਹਿੰਦੇ ਨੇ ਨਾ ਕਿ ਸਾਡੇ ਇਸ ਧਰਮ 'ਚ ਆਓ ਤਾਂ ਸਭ ਦਾ ਭਲਾ ਹੋਏਗਾ। ਸਿੱਖ ਧਰਮ ਇਕੱਲਾ ਇੱਦਾਂ ਦਾ ਜਿਹੜਾ ਕਹਿੰਦਾ ਕਿ ਨਹੀਂ, ਤੁਸੀਂ ਸਿੱਖ ਨਾ ਹੁੰਦੇ ਹੋਏ ਵੀ ਆਪਦੇ ਧਰਮ 'ਚ ਪਰਪੱਕ ਤੇ ਅੱਛੇ ਇਨਸਾਨ ਬਣੋ, ਤਦ ਵੀ ਸਾਰੀ ਦੁਨੀਆ ਦਾ ਵੀ ਭਲਾ ਹੋਏਗਾ, ਤੁਹਾਡਾ ਵੀ ਭਲਾ ਹੋਏਗਾ। ਇਹ ਤਾਂ ਸਿਧਾਂਤਕ ਗੱਲ ਹੈ। ਪਰ ਜਦੋਂ ਰਾਜਨੀਤੀ 'ਚ ਕੋਈ ਬੰਦਾ ਵਿਚਰਦਾ ਹੈ ਜਾਂ ਰਾਜਨੀਤੀ ਤੋਂ ਪ੍ਰੇਰਿਤ ਹੈ, ਉਦੋਂ ਉਹ ਜਿਹੜਾ ਸਿੱਖ ਧਰਮ ਹੈ ਜਾਂ ਹੋਰ ਕੋਈ ਧਰਮ ਹੈ, ਉਹਦੇ ਸਿਧਾਂਤ ਪਿੱਛੇ ਚਲੇ ਜਾਂਦੇ ਨੇ। ਉਹਦੇ ਸਿਧਾਂਤਾਂ ਨੂੰ ਵਰਤ ਕੇ ਸਿਆਸਤ ਦੀ ਪੌੜੀ ਚੜ੍ਹਨ ਲਈ ਕੀ ਠੀਕ ਹੈ, ਫਿਰ ਉਹ ਇੱਦਾਂ ਦਾ ਵਰਤਾਰਾ ਚੱਲਦਾ ਨਾ। ਉਸ ਦੇ ਤਹਿਤ ਮੇਰੇ ਖਿਆਲ ਹੈ ਕਿ ਕੋਈ ਵੀ ਨੇਤਾ ਹੋਣ, ਚਾਹੇ ਤੁਸੀਂ ਇਸ ਨੇਤਾ ਦੀ ਗੱਲ ਕਰੋ ਜਾਂ ਹੋਰ ਧਾਰਮਿਕ ਨੇਤਾ ਹੋਣ, ਉਹ ਸਮੇਂ-ਸਮੇਂ 'ਤੇ ਇੱਦਾਂ ਦੇ ਬਿਆਨ ਦੇਣਗੇ ਜਿਹਦੇ ਨਾਲ ਪੋਲਰਾਈਜੇਸ਼ਨ ਹੋਵੇ, ਇੱਕ ਕਮਿਊਨਿਟੀ ਦੂਸਰੇ ਪੋਲ 'ਤੇ ਇਕੱਠੀ ਹੋਵੇ ਤੇ ਦੂਜੀ ਕਮਿਊਨਿਟੀ ਆਟੋਮੈਟਿਕਲੀ ਇੱਧਰਲੇ ਪੋਲ 'ਤੇ ਇਕੱਠੀ ਹੋ ਜਾਵੇ। ਜਿਹਦਾ ਉੱਥੇ ਕੋਈ ਫਾਇਦਾ ਲੈਂਦਾ ਉਹਨੂੰ, ਉਹ ਜਿਹੜਾ ਫਾਇਦਾ ਹੁੰਦਾ ਹੈ ਉਸ ਨੂੰ ਹੋਵੇ ਤੇ ਇੱਥੇ ਸਾਨੂੰ ਹੋਵੇ, ਤੇ ਇਹ ਸਿਚੁਏਸ਼ਨ ਵਾਪਰ ਸਕਦੀ ਹੈ। ਸੋ ਇਸ ਗੱਲ ਦੇ ਵਿੱਚੋਂ ਅੱਜ ਦੀ ਘੜੀ ਜੋ ਮੈਂ ਦੇਖਦਾ, ਕੱਲ੍ਹ ਕੀ ਹੋਏਗਾ ਅਜੇ ਸਮੇਂ ਤੋਂ ਪਹਿਲਾਂ ਦੀ ਗੱਲ ਹੈ। ਅੱਜ ਦੀ ਘੜੀ ਜੇ ਇੱਦਾਂ ਦੇ ਹਾਲਾਤ ਉੱਭਰਦੇ ਨੇ, ਅੱਜ ਦੀ ਘੜੀ ਇਹ ਲੱਗਦਾ ਕਿ ਇਸ ਦਾ ਸਭ ਤੋਂ ਵੱਡਾ ਫਾਇਦਾ BJP ਤੇ ਸਿੱਖ ਸਿਆਸਤ ਨੂੰ ਹੋ ਸਕਦਾ ਹੈ। ਫਿਰ ਮੈਂ ਕਹਿਣਾ ਸਿੱਖ ਸਿਆਸਤ ਤੋਂ ਭਾਵ ਇੱਥੇ ਮੇਰਾ ਬਾਦਲ ਅਕਾਲੀ ਦਲ ਨਹੀਂ ਹੈ। ਕੋਈ ਵੀ ਉਹ ਡੋਮੀਨੇਟ ਕਰ ਸਕਦਾ, ਹਾਂ ਕੋਈ ਵੀ ਹੋ ਸਕਦਾ। ਉਹ ਸਿਚੁਏਸ਼ਨ 'ਚ ਕੌਣ ਲੀਡਰਸ਼ਿਪ ਕਿੱਦਾਂ ਦੀ ਮਰਜ ਹੋਏਗੀ, ਕਿੱਦਾਂ ਦੀ ਉੱਭਰੇਗੀ, ਉਹ ਸਮੇਂ ਦੀ ਗੱਲ ਹੈ। ਬਿਲਕੁਲ ਧਾਲੀਵਾਲ ਸਾਹਿਬ, ਦੇਖਣ ਵਾਲਾ ਹੋਊਗਾ ਕਿ ਅਗਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਬਣਦੇ ਨੇ। ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੀ ਮਿਹਰਬਾਨੀ ਸਮਾਂ ਦਿੱਤਾ। ਸੋ ਦੋਸਤੋ, ਮੇਰੇ ਨਾਲ ਜੁੜੇ ਹੋਏ ਸੀ ਪ੍ਰੋਫੈਸਰ ਰਣ ਸਿੰਘ ਧਾਲੀਵਾਲ ਸਾਹਿਬ ਤੋਂ ਅਸੀਂ ਜਿਹੜੇ ਸਮੀਕਰਨ ਬਣਦੇ ਜਾ ਰਹੇ ਨੇ ਪੰਜਾਬ ਦੇ, ਖਾਸ ਕਰਕੇ ਅੰਮ੍ਰਿਤਪਾਲ ਨੂੰ ਸੈਂਟਰ ਪੁਆਇੰਟ ਦੇ ਵਿੱਚ ਰੱਖ ਕੇ ਜੋ ਕੁਛ ਅੱਗੇ ਵੱਧ ਰਿਹਾ ਉਹਦੇ 'ਤੇ ਗੱਲਬਾਤ ਕੀਤੀ। ਆਉਣ ਵਾਲੇ ਦਿਨਾਂ ਦੇ ਵਿੱਚ ਵੀ ਧਾਲੀਵਾਲ ਸਾਹਿਬ ਨਾਲ ਅਸੀਂ ਇਸੇ ਸਿੱਖ ਸਿਆਸਤ ਦੇ ਵਿਸ਼ੇ ਉੱਤੇ ਜੁੜਦੇ ਰਹਾਂਗੇ, ਤੁਹਾਡੇ ਰੂਬਰੂ ਧਾਲੀਵਾਲ ਸਾਹਿਬ ਨੂੰ ਕਰਦੇ ਰਹਾਂਗੇ। ਤੁਸੀਂ ਬਣੇ ਰਹੋ ਤੁਹਾਡੇ ਆਪਣੇ ਚੈਨਲ ਲੋਕ ਰਾਣਾ ਪੰਜਾਬੀ 'ਤੇ। ਧੰਨਵਾਦ।